द हरप्रीत सिंह शो के अज के इस एपीसोड में आप सब का करता हाँ हार्दिक स्वागत। थोड़ा मेरा साथ होया करता है मंडे टू फ्राइडे सवेरे 7 तो लैके 8 बजे तक, मंडे टू थर्सडे रात को 10 तो लैके 11 बजे तक, और सैटरडे को 2 बारी सांझ पाया करते हैं दोपहर 2 तो लैके 3 बजे तक, और रात 8 तो लैके 9 बजे तक। हमेशा ही साडी कोशिश होंदी तुहानूं एजुकेट करन दी, इनफॉर्म करन दी, ताकि तुसीं इंपायर हो सको ते नाल ही उन्हां शख्सियतां दी तुहाडे नाल मुलाकात कराने आ जिन्हां दी एक बहुत वड्डी देन है साडे समाज नूं। वो भावें होए पॉलिटिक्स, इकनॉमिक्स, स्पोर्ट्स, लाइफ स्टाइल या हैल्थ इशूज़, या फिर कम्यूनिटी प्रोफाइल सैगमेंट जिस विच के वो व्यक्ति नूं तुहाडे सामने लैके आने आ जिहड़े कि साडे वास्ते रोल मॉडल्स ने। अज भी तुहाडे नाल कुछ ऐसी ही शख्सियतां दी मुलाकात करावांगे। उम्रां तां इन्हां दी घट ने, पर जो कुछ ये कर रहे हैं इस उत्ते साडे सारे भाईचारे नूं बहुत माण है। साडे कोल अज कुछ विद्यार्थी आए ने प्रिंसिस मार्गरेट स्कूल तो, ते नाल ही उन्हां दे एडवाइज़र जिहड़े कि साइमन फ्रेजर यूनिवर्सिटी इस समय पढ़ रहे हैं, तो इन्होंने नासा वालों एक स्पेस दे विच सैटलमेंट कॉन्टेस्ट जो सी उस विच विजेता प्राप्त की है। तो एक कल्ला स्कूल है कैनेडा में जिसके कि विद्यार्थी इस कॉन्टेस्ट में अगे जा रहे हैं। इसी संबंध में गलबात करते हैं आए हो साडे मेहमान किरण अते नाल भुपिंदर सिंह राठौर। जय अनु जी, वेलकम टू द प्रोग्राम। थैंक यू। सो किरण तुहाडे तो शुरू करते हैं, तुसीं दसो थोड़ा जिहा सानूं कि कॉन्टेस्ट की है की सी जिहड़ा नेसा ने प्रपोजल भेजिया ते तुसीं कल्ला स्कूल तुहाडा जिहड़ा हैगा तुहाडी टीम वो जित्ती हुई है। सो नासा सानूं एक RFP भेजता है जिनते सारे इंस्ट्रक्शंस दित्तियां होंदियां हैं ते उस हिसाब नाल असीं सैटलमेंट डिज़ाइन करते हैं। फिर असीं वो प्रपोजल बना के दुआर तो नासा ते भेजते हैं। अच्छा जी। फिर उस तो बाद वो सिलेक्शन प्रोसेस हुंदा ते उत्थों असीं सिलेक्ट होए। अच्छा, RFP दा की मतलब है? रिक्वेस्ट फॉर प्रपोजल भी वो सारे इंस्ट्रक्शंस दित्तियां होंदियां पर डिपार्टमेंट। सो ये सारे स्कूल्स नूं भेज दिंदे ने कि जी RFP ये सानूं एक मॉडल जिहा चाहीदा है, तो फिर तुसीं उत्ते काम करना शुरू कर दे। हाँ जी। ओके, कदों तुहाडे कोल पहुंचे सी? ਇਹ ਸਾਰੇ ਕੋਲ ਜਨਵਰੀ ਚ ਆਇਆ ਸੀ ਯਾਰ। ਓਕੇ, ਤੇ ਕਿੰਨਾ ਟਾਈਮ ਲੱਗਾ ਤੁਹਾਨੂੰ ਇਹਨੂੰ ਕੰਪਲੀਟ ਕਰਨ ਦੇ ਵਿੱਚ? ਅਬਾਊਟ 3 ਮੰਥਸ। ਓਕੇ, ਰਾਈਟ, ਗੁੱਡ। ਭੁਪਿੰਦਰ ਜੀ, ਤੁਸੀਂ ਦੱਸੋ ਕਿ ਤੁਸੀਂ ਐਡਵਾਈਜ਼ਰ ਹੋ ਇਸ ਟੀਮ ਦੇ, ਇਹ ਵਿਦਿਆਰਥੀ ਜਿਹੜੇ ਹੈਗੇ ਨੇ ਇਹਨਾਂ ਨੂੰ ਤੁਸੀਂ ਗਾਈਡ ਕਰਦੇ ਹੋ ਕਿ ਤੁਸੀਂ ਕੀ ਜਿਹੜਾ ਪ੍ਰਪੋਜ਼ਲ ਹੈ ਉਸ ਦੇ ਹਿਸਾਬ ਨਾਲ ਕੀ ਕਰਨਾ ਹੈ। ਸੋ ਇਹ ਹੈ ਕੀ ਸੀ ਪ੍ਰੋਜੈਕਟ ਓਵਰਆਲ, ਇਹ ਹੈ ਕੀ? ਜੀ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਤੁਸੀਂ ਇੱਕ ਸਿਟੀ ਬਣਾਉਣੀ ਆ 25,000 ਪੀਪਲ ਦੀ ਜਿਹੜੀ ਮੂਨ ਨੂੰ ਆਰਬਿਟ ਕਰੇ। ਅੱਛਾ ਜੀ। ਤੇ ਉਹ ਸਟ੍ਰਿਕਟ ਗਾਈਡਲਾਈਨਸ ਦਿੰਦੇ ਆ ਕਿ ਸਿਟੀ ਦੇ ਵਿੱਚ ਇੰਨਾ ਐਟਮੋਸਫੇਅਰ ਹੋਣਾ ਚਾਹੀਦਾ ਆ ਤੇ ਪੀਪਲ ਜਿਹੜੇ ਲੋਕੀ ਆਰਾਮ ਨਾਲ ਰਹਿ ਚਾਹੀਦੇ ਆ, ਸਕੂਲ ਵਗੈਰਾ ਹੋਣੇ ਚਾਹੀਦੇ ਆ, ਕੁਝ ਗਾਈਡਲਾਈਨਸ ਹੁੰਦੀਆਂ ਰਿਕੁਆਇਰਮੈਂਟਸ, ਤੇ ਅਸੀਂ ਉਹ ਸਾਰੀਆਂ ਗਾਈਡਲਾਈਨਸ ਪੂਰੀਆਂ ਕਰਨੀਆਂ ਹੁੰਦੀਆਂ ਜਿਹੜੀ ਅਸੀਂ ਪ੍ਰਪੋਜ਼ਲ ਬਣਾਉਂਦੇ ਉਹਦੇ ਵਿੱਚ। ਪਰ ਆਪਣੀ ਨੋਰਮਲ ਰੈਗੂਲਰ ਸਕੂਲਿੰਗ ਦੇ ਵਿੱਚ ਇੱਦਾਂ ਦੀ ਐਜੂਕੇਸ਼ਨ ਨਹੀਂ ਹੁੰਦੀ, ਫਿਰ ਉਸੇ ਕਾਰਨ ਮੈਂ ਹੈਲਪ ਕਰਦਾ ਇਹਨਾਂ ਨੂੰ ਥੋੜ੍ਹੀ ਫਿਜ਼ਿਕਸ ਜਾਂ ਮੈਥਸ ਜਿਹੜੀ ਇਹਨਾਂ ਨੂੰ ਬਣਾਉਣ ਵਿੱਚ ਕੈਲਕੂਲੇਸ਼ਨ ਜਾਂ ਕਨਸੈਪਟ ਜਿਹੜੇ ਹੈਲਪ ਕਰ ਸਕਣ ਇਹਨਾਂ। ਠੀਕ ਹੈ। ਅੱਛਾ, ਇਹ ਤੁਸੀਂ 3 ਮਹੀਨੇ ਦੇ ਕਰੀਬ ਲਾ ਕੇ ਇਹ ਪ੍ਰੋਜੈਕਟ ਦੇ ਉੱਤੇ ਕੰਮ ਕਰਦੇ ਰਹੇ। ਹੁਣ ਇੱਕ ਸਿਟੀ ਹੀ ਬਣਾਉਣੀ ਹੈ ਤਾਂ ਉਹ ਤਾਂ ਇੱਕ ਇਮੈਜੀਨੇਸ਼ਨ ਹੋਈ, ਜੋ ਮਰਜ਼ੀ ਤੁਸੀਂ ਬਣਾ ਲਓ, ਕਿ ਇਹਦੇ ਵਿੱਚ ਵੀ ਤੁਹਾਨੂੰ ਸਪੈਸੀਫਿਕੇਸ਼ਨਸ ਜਿਹੜੀਆਂ ਨੇ, ਜਿਸ ਤਰ੍ਹਾਂ ਤੁਹਾਡੇ ਐਡਵਾਈਜ਼ਰ ਦੱਸ ਰਹੇ ਨੇ ਭੁਪਿੰਦਰ ਜੀ, ਕਿ ਉੱਤੇ ਤੁਸੀਂ ਇਹਨਾਂ ਨੂੰ ਤੁਹਾਨੂੰ ਗਾਈਡ ਕਰਦੇ ਨੇ। ਸੋ ਉਹਦੇ ਬਾਰੇ ਥੋੜ੍ਹਾ ਸਾਨੂੰ ਦੱਸੋ ਕਿ ਇਹ ਪ੍ਰੋਜੈਕਟ ਅਸਲ ਵਿੱਚ ਤੁਸੀਂ ਇਟਸ ਜਸਟ ਫਿਗਮੈਂਟ ਆਫ ਇਮੈਜੀਨੇਸ਼ਨ ਜਾਂ ਤੁਸੀਂ ਉੱਥੇ ਹਰ ਚੀਜ਼ ਨੂੰ ਤੁਸੀਂ ਅੱਗੇ ਡਿਪਿਕਟ ਕੀਤਾ ਇਸ ਪ੍ਰੋਜੈਕਟ ਦੇ ਵਿੱਚ? ਇਟਸ ਨਾਟ ਜਸਟ ਇਮੈਜੀਨੇਸ਼ਨ, ਲਾਈਕ ਅਸੀਂ ਰਿਸਰਚ ਕਰਦੇ ਹਾਂ, ਰਿਸਰਚ ਦੇ ਬੇਸ ਦੇ ਉੱਤੇ ਸਾਰਾ ਕੁਛ, ਜਿਵੇਂ ਉਹਨਾਂ ਨੇ ਕਿਹਾ ਐਟਮੋਸਫੀਅਰ, ਤਾਂ ਕਿੰਨਾ ਕੁ ਅਸੀਂ ਸਰਵਾਈਵ ਕਰ ਸਕਦੇ, ਕਿੰਨੇ ਕੁ ਐਟਮੋਸਫੀਅਰ, ਸੋ ਅਸੀਂ ਉਸੇ ਰਿਸਰਚ ਦੇ ਬੇਸ ਉੱਤੇ ਬਣਾਉਂਦੇ ਹਾਂ ਸਾਰਾ ਕੁਛ। ਓਕੇ, ਸੋ ਰਿਸਰਚ ਜਿਹੜੀ ਤੁਸੀਂ ਕਰਦੇ ਹੋ ਉਹ ਫਿਰ ਉਹਦਾ ਕੀ ਬੇਸ ਕੀ ਹੁੰਦਾ ਹੈ? ਕਿਉਂਕਿ ਅਗੇਨ ਉੱਥੇ ਕੀ ਜਿਹੜਾ ਹੈਗਾ ਉੱਥੇ ਇਹ ਸਿਟੀ ਹੁਣ 25,000 ਲੋਕਾਂ ਵਾਸਤੇ ਤੁਸੀਂ ਸ਼ਹਿਰ ਬਣਾਉਣਾ, ਉੱਥੇ ਬਿਲਡਿੰਗਸ ਵੀ ਬਣਨਗੀਆਂ, ਉੱਥੇ ਖਾਣ ਪੀਣ ਦਾ ਵੀ ਇੰਤਜ਼ਾਮ ਕਰਨਾ, ਸਭ ਕੁਛ ਕਰਨਾ ਹੈ। ਸੋ ਰਿਸਰਚ ਦੇ ਬਾਰੇ ਥੋੜ੍ਹਾ ਜਿਹਾ ਸਾਨੂੰ ਦੱਸੋ ਕਿ ਉਹ ਕੀ ਆਧਾਰ ਕੀ ਹੁੰਦਾ, ਦਾ ਬੇਸ ਕੀ ਹੁੰਦਾ ਹੈਗਾ? ਸੋ ਜਿਹੜਾ ਕੰਮ ਅਸੀਂ ਅਰਥ 'ਤੇ ਕਰ ਸਕਦੇ ਹਾਂ, ਰਾਈਟ, ਉਹ ਉੱਥੇ ਰਿਸਰਚ ਕਰਕੇ ਅਸੀਂ ਉਨੇ ਕੰਮ ਉੱਥੇ ਸਪੇਸ 'ਚ ਵੀ ਕਰ ਸਕਦੇ ਹਾਂ। ਓਕੇ, ਸੋ ਉਹ ਸਪੇਸ ਅਰਥ 'ਤੇ ਬੇਸ ਰਿਸਰਚ ਨਾਲ ਅਸੀਂ ਬਣਾਉਂਦੇ ਹਾਂ ਸਰ। ਹਾਂ, ਥੋੜ੍ਹਾ ਜਿਹਾ ਦੱਸੋ ਭੁਪਿੰਦਰ ਜੀ ਕਿ ਜਿਸ ਤਰ੍ਹਾਂ ਤੁਸੀਂ ਗਾਈਡ ਕਰਦੇ ਹੋ, ਤੁਸੀਂ ਕਿਹਾ, ਅਤੇ ਉਹਦੇ ਵਿੱਚ ਕਿਹੜੀ ਚੀਜ਼ਾਂ ਜਿਹੜੀਆਂ ਤੁਸੀਂ ਇਹਨਾਂ ਨੂੰ ਬੱਚਿਆਂ ਨੂੰ ਗਾਈਡ ਕਰਦੇ ਹੈਗੇ ਹੋ ਕਿ ਬਈ ਇਹ ਚੀਜ਼ਾਂ ਦਾ ਧਿਆਨ ਰੱਖੋ ਜਦੋਂ ਤੁਸੀਂ ਕਰਨਾ ਹੈ? ਥੋੜ੍ਹਾ ਜਿਹਾ ਇਹਦੇ ਬਾਰੇ ਸਾਨੂੰ ਦੱਸੋ। ਪਹਿਲੀ ਚੀਜ਼ ਜਿਹੜੀ ਤੁਸੀਂ ਕਹੀ ਕਿ ਸਭ ਤੋਂ ਮੇਨ ਚੀਜ਼ ਤਾਂ ਇਹ ਹੁੰਦੀ ਕਿ ਫੈਕਟਸ ਰਹਿਣ ਵਿੱਚ ਅਤੇ ਫਿਕਸ਼ਨ ਨਾ ਆਵੇ। ਰਾਈਟ, ਮੇਨ ਚੀਜ਼ ਤਾਂ ਇਹੀ ਫੋਕਸ ਕਰਨਾ ਹੁੰਦਾ ਹੈ ਕਿ ਉਹ ਪ੍ਰਪੋਜ਼ਲ ਦੇ ਵਿੱਚ ਦਿੱਤਾ ਹੁੰਦਾ ਕਿ ਅਸੀਂ ਜਿਹੜੀ ਵੀ ਚੀਜ਼ ਪ੍ਰੋਵਾਈਡ ਕਰਦੇ ਹਾਂ ਸਾਨੂੰ ਉਹਦੀ ਕਾਸਟ ਵੀ ਦੱਸਣੀ ਪੈਂਦੀ ਹੈ, ਅਤੇ ਸਾਨੂੰ ਉਹਦਾ ਸਕੈਜੂਲ ਵੀ ਦੇਣਾ ਪੈਂਦਾ ਕਿ ਕਿੰਨੇ ਟਾਈਮ ਵਿੱਚ ਬਣੂਗੀ। ਓਕੇ, ਅਤੇ ਪੂਰਾ ਬਿਜ਼ਨਸ ਸੈਕਸ਼ਨ ਵੀ ਹੈਗਾ ਹੈ, ਜੇ ਬਾਈ ਚਾਂਸ ਜੇ ਸਿਟੀ ਬਣ ਵੀ ਜਾਂਦੀ ਹੈ ਜਦੋਂ, ਫਿਰ ਆਪਣੇ ਸਸਟੇਨ ਕਿੱਦਾਂ ਕਰਦੀ ਹੈ, ਪੈਸੇ ਕਿੱਦਾਂ ਅਰਨ ਕਰਦੀ ਹੈ ਸਿਟੀ ਆਪਣੇ ਆਪ ਨੇ। ਓਕੇ, ਅਤੇ ਫਿਰ ਉਹ ਸਾਰੀ ਗਾਈਡਲਾਈਨਸ ਦੇ ਵਿੱਚ ਹੁੰਦਾ, ਸਾਨੂੰ ਸਾਰਾ ਪ੍ਰੋਵਾਈਡ ਕਰਨਾ ਪੈਂਦਾ। ਸੋ ਇਹ ਉਹ ਨਹੀਂ ਕਿ ਸਟਾਰ ਵਾਰਸ ਤੁਹਾਡਾ ਫਾਊਂਡੇਸ਼ਨ ਹੈ ਉੱਥੋਂ ਲੈ ਕੇ ਤੇ ਤੁਸੀਂ ਕਰੀ ਚੱਲੋ? ਨਹੀਂ, ਇਸ ਦੇ ਵਿੱਚ ਇੱਕ ਵੀ ਚੀਜ਼ ਫਿਕਸ਼ਨਲ ਨਹੀਂ, ਸਾਰੇ ਫੈਕਚੁਅਲ ਚੀਜ਼ਾਂ ਵਿੱਚ। ਹਾਂਜੀ, ਉੱਥੇ ਤਾਂ ਬੜੀ ਮਿਹਨਤ ਜਿਹੜੀ ਜੀ ਕਰਨੀ ਪੈਂਦੀ ਹੈਗੀ ਹੈ, ਅਤੇ
ਤੁਹਾਡਾ ਸਾਰਿਆਂ ਬੱਚਿਆਂ ਦਾ ਜਿਹੜਾ ਬੈਕਗਰਾਉਂਡ ਉਹ ਫਿਰ ਇਹ ਮੈਥ ਐਂਡ ਸਾਇੰਸ ਵਾਲਾ ਹੈਗਾ ਜੀ, ਜਿਹੜੇ ਸਾਰੇ ਤੁਹਾਡੇ ਕਲੱਬ ਦੇ ਮੈਂਬਰਸ ਹੈਗੇ ਨੇ? ਹਾਂਜੀ ਮੋਸਟਲੀ। ਤੇ ਕਿੰਨੇ ਟੋਟਲ ਬੱਚੇ ਹੈਗੇ ਨੇ? 11। ਅੱਛਾ ਜੀ, ਸੋ 11 ਬੱਚਿਆਂ ਨੂੰ ਤੁਸੀਂ ਫਿਰ ਕੀ ਵੱਖਰਾ ਵੱਖਰਾ ਕੰਮ ਦਿੰਦੇ ਹੋ ਜੀ ਦੇਣ ਵਾਸਤੇ? ਤੁਸੀਂ ਇਹ ਦੇਖੋ, ਤੁਸੀਂ ਇਹ ਦੇਖੋ, ਕਿ ਕਿਸ ਤਰ੍ਹਾਂ ਹੁੰਦਾ ਇਹਦੇ ਬਾਰੇ ਦੱਸੋ, ਇਹ ਪ੍ਰੋਸੈਸ ਕੀ ਹੈਗਾ ਜੀ? ਪ੍ਰਪੋਜ਼ਲ ਆਪਣੇ ਆਪ ਦੇ ਵਿੱਚ ਵੱਖ-ਵੱਖ ਸੈਕਸ਼ਨਸ ਹੈਗੇ ਆ, ਜਿੱਦਾਂ ਸਟਰਕਚਰ ਡਿਜ਼ਾਈਨ ਆ, ਆਪਰੇਸ਼ਨਸ ਆ, ਤੇ ਕੋਈ ਘਰ ਦੀ ਡਿਜ਼ਾਈਨਿੰਗ ਕਰਦਾ ਹੈ, ਕੋਈ ਮੇਨ ਸਿਟੀ ਦੀ ਡਿਜ਼ਾਈਨਿੰਗ, ਕੋਈ ਇਮੇਜਸ ਬਣਾਉਂਦਾ ਆ, ਕਿਸੇ ਨੂੰ ਕਈ ਵਾਰੀ ਔਖਾ ਟੌਪਿਕ ਹੁੰਦਾ, ਉਹਦੀ ਰਿਸਰਚ ਕਰਨੀ ਹੁੰਦੀ, ਫਿਰ ਉਹ ਮੌਕੇ ਅਨੁਸਾਰ ਅਸੀਂ ਡਿਵੀਜ਼ਨ ਕਰੀਦੀ ਆ ਤੇ ਕੰਮ ਦਿਖਦਾ ਆ। ਪਰ ਕੋਸ਼ਿਸ਼ ਕਰੀਦੀ ਕਿ ਐਟਲੀਸਟ 2 ਜਾਣੇ ਇੱਕ ਟੌਪਿਕ ਦੇ ਉੱਪਰ ਕੰਮ ਕਰਦੇ ਹੋਣ। ਤੁਹਾਡਾ ਸਕੂਲ ਜਿਹੜਾ ਜੀ ਪ੍ਰਿੰਸੈਸ ਮਾਰਗਰੇਟ, ਇਸ ਨੂੰ ਡਿਸਟਿੰਕਸ਼ਨ ਹੈਗੀ ਹੈ, ਆਈ ਥਿੰਕ ਲਾਸਟ ਈਅਰ ਵੀ ਤੁਹਾਡੇ ਬੱਚੇ ਗਏ ਸੀ ਨਾਸਾ ਦੇ ਵਿੱਚ ਤੇ ਇਹ ਜਿੱਤ ਕੇ ਆਏ ਸੀ ਕੋਈ ਨਾ ਕੋਈ। ਸੋ ਇਹ ਤੁਹਾਡਾ ਕੋਈ ਇੱਕ ਸੈਪਰੇਟ ਕਲੱਬ ਹੈਗਾ ਜਿਹੜਾ ਸਿਰਫ ਫੋਕਸ ਇੱਥੇ ਹੀ ਕਰਦਾ ਹੈਗਾ? ਹਾਂਜੀ, every year ਇੱਕ ਕਲੱਬ ਬਣਾਇਆ ਜਾਂਦਾ, ਨਾਸਾ ਕਲੱਬ ਸਾਡੇ ਸਕੂਲ 'ਚ, ਤੇ it consists of about 11 people. Right. So ਇਹ ਸਿਰਫ ਇਸੇ ਕੰਮ ਲਈ ਹੁੰਦਾ। So it is only students of Princess Margaret or other students also? Just students of Princess Margaret. Okay. ਅੱਛਾ, ਇਹਦੇ ਵਿੱਚ ਕਿਉਂਕਿ ਸਾਇੰਸ ਦਾ ਬਹੁਤ ਇੱਕ ਇੰਪੋਰਟੈਂਟ ਰੋਲ ਹੈਗਾ, ਤੁਸੀਂ ਕਿਹਾ ਕਿ ਫਿਕਸ਼ਨ ਨਹੀਂ, ਇਮੈਜੀਨੇਸ਼ਨ ਕੱਲੀ ਨਹੀਂ, ਆਫ ਕੋਰਸ ਦੈਟ ਪਲੇਜ਼ ਅ ਰੋਲ ਜਿਹੜਾ ਤੁਸੀਂ ਅੱਗੇ ਵਿਜ਼ੂਅਲਾਈਜ਼ ਕਰਕੇ ਜੋ ਅੱਗੇ ਕੰਮ ਕਰਨਾ ਹੈਗਾ। ਪਰ ਅਗੇਨ ਜਦੋਂ ਤੁਸੀਂ ਇਹ ਇੱਕ ਸੈਟਲਮੈਂਟ ਦੀ ਗੱਲ ਕਰਦੇ ਹੈਗੇ ਹੋ, ਥੋੜ੍ਹਾ ਜਿਹਾ ਜਸਟ ਫਰੋਮ ਲੇਮੈਨਸ ਲੈਂਗੁਏਜ ਸਾਨੂੰ ਦੱਸੋ ਕਿ ਅੱਜ ਖੁਆਬ ਲੱਗਦਾ ਕਿ ਜੀ ਕਿਤੇ ਮਾਰਸ ਵਿੱਚ ਰੋਵਰ ਗਿਆ ਜਾਂ ਸਪੇਸ ਵਿੱਚ ਅਸੀਂ ਰੋਬੋਟਸ ਵੀ ਭੇਜ ਰਹੇ ਹੈਗੇ ਹਾਂ, ਤਾਂ ਇੱਕ ਸਿਟੀ ਕਿਵੇਂ ਤੁਸੀਂ ਉੱਥੇ ਕਾਇਮ ਕਰ ਸਕਦੇ ਹੋ? ਕਿਉਂਕਿ ਉੱਥੇ ਕਿਹੜਾ ਕੋਈ ਜ਼ਮੀਨ ਦੀ ਜਿਹੜੇ ਉੱਥੋਂ ਦੀ ਇਨਵਾਇਰਮੈਂਟ ਹੈ ਉਹ ਤਾਂ ਸਾਡੇ ਬਿਲਕੁਲ ਕੰਡਿਊਸਿਵ ਨਹੀਂ ਹੈਗੀ ਹਿਊਮਨ ਬੀਇੰਗਸ ਨੂੰ। ਤਾਂ ਇਹ ਜਿਹੜਾ ਤੁਸੀਂ ਪ੍ਰੋਜੈਕਟ ਹੈਗਾ, ਇਹ ਕੀ ਕੋਈ ਸਪੇਸਸ਼ਿਪ ਵਾਂਗੂ ਹੋਏਗਾ ਜਿਹੜਾ ਘੁੰਮਦਾ ਰਹੇਗਾ, ਕੀ ਹੋਏਗਾ? ਇਹ ਬੇਸਿਕਲੀ ਹਾਂਜੀ, ਇਹ ਜ਼ਮੀਨ, ਇਹ ਮੂਨ ਦੇ ਉੱਪਰ ਨਹੀਂ, ਮੂਨ ਦੇ ਆਲੇ ਦੁਆਲੇ ਉਹਨੂੰ ਆਰਬਿਟ ਕਰਦੀ ਆ, ਤੇ ਜਿਹੜਾ ਇਹਦਾ ਮਟੀਰੀਅਲ ਆ ਉਹ ਬੇਸਿਕਲੀ ਜਿਹੜੀ ਲੈਂਡ ਆ ਉਹ ਅਸੀਂ ਖੁਦ ਪ੍ਰੋਵਾਈਡ ਕਰਦੇ ਆ। ਉਹ ਮੈਟਲ ਆ ਤੇ ਉਹਦੇ ਉੱਪਰ ਅਸੀਂ ਸੋਇਲ ਦੀ ਲੇਅਰ ਖੁਦ ਪ੍ਰੋਵਾਈਡ ਕਰਦੇ ਆ, ਤੇ ਉਹਦੀ ਕਾਸਟ ਤੇ ਉਹਦੀ ਸਕੇਜੂਲ ਵੀ ਸਾਨੂੰ ਦੇਣੀ ਪੈਂਦੀ ਆ। ਸਾਨੂੰ ਇਹ ਵੀ ਦੱਸਣਾ ਪੈਂਦਾ ਮਟੀਰੀਅਲ ਆਊਗਾ ਕਿੱਥੋਂ, ਟਰਾਂਸਪੋਰਟ ਕਿੱਦਾਂ ਹੋਊਗਾ ਤੇ ਲੱਗੂਗਾ ਕਿੱਦਾਂ, ਅਸੈਂਬਲੀ ਵੀ ਸਾਨੂੰ ਪ੍ਰੋਵਾਈਡ ਕਰਨੀ ਪੈਂਦੀ ਵਿੱਚ। ਰਾਈਟ। ਤਾਂ ਕਿਰਨ, ਤੁਸੀਂ ਕਿਸ ਚੀਜ਼ ਤੇ ਇਸ ਪ੍ਰੋਜੈਕਟ ਵਿੱਚ ਆਪਣਾ ਫੋਕਸ ਕੀਤਾ ਹੈਗਾ ਸੀ? ਸੋ ਅਸੀਂ ਘਰ ਬਣਾਉਣ 'ਤੇ ਲਾਈਕ ਕਿਵੇਂ ਦੇ ਘਰ ਹੋਣਗੇ, ਅਸੀਂ ਕਿਵੇਂ ਰੈਜ਼ੀਡੈਂਟਸ ਨੂੰ ਲਾਈਕ ਸੇਫਟੀ, ਲਾਈਕ ਹਾਊ ਵਿਲ ਦੇ ਬੀ living there. Okay. So that kind of work. So ਘਰ ਜਿਹੜਾ ਬਣਨਾ ਹੈਗਾ ਉਹ ਜਿਸ ਤਰ੍ਹਾਂ ਸਾਡੇ ਇੱਥੇ ਇੱਟ ਪੱਥਰ ਹੁੰਦੇ ਨੇ ਉਸ ਤਰ੍ਹਾਂ ਦਾ ਬਣਨਾ, ਲੱਕੜ ਦਾ, ਕਿ ਕਿਹੋ ਜਿਹਾ ਬਣਨਾ ਹੈ? ਹਾਂਜੀ, ਜਿਵੇਂ ਅਰਥ ਤੇ ਆ ਉਦਾਂ ਹੀ ਉੱਥੇ ਵੀ ਆ, ਬਟ ਇਟਸ ਮੋਰ ਐਡਵਾਂਸਡ। ਓਕੇ। ਤੇ ਖਾਣਾ ਪੀਣਾ ਜਿਹੜਾ ਹੈਗਾ ਉਹ ਕੀ ਉੱਥੇ ਹੀ ਗਰੋ ਕਰਨਗੇ ਸਾਰੇ? ਹਾਂਜੀ, everything is there. So it's going to be different than what we eat here? Not really. Okay. So plants and ਸਾਰਾ ਕੁਝ ਜਿਹੜਾ ਹੈਗਾ ਇਸੇ ਤਰੀਕੇ ਨਾਲ ਜੋ ਧਰਤੀ ਤੇ ਹੈਗਾ ਉਹ ਅੱਗੇ ਹੋਏਗਾ। ਓਕੇ, ਅਗੇਨ ਇਹ ਜਿਸ ਤਰ੍ਹਾਂ ਕਹਿ ਰਹੇ ਜੀ ਸਾਇੰਸ ਦੇ ਨਾਲ ਅੱਜ ਹਰ ਚੀਜ਼ ਪੋਸੀਬਲ ਹੋ ਰਹੀ ਹੈ, ਹੋਵੇਗੀ ਵੀ ਕਹਿ ਰਹੇ ਹਾਂ, ਤਾਂ ਕੀ ਇਹ ਪੋਸੀਬਲ ਹੈਗਾ ਇਨ ਨੀਅਰ ਫਿਊਚਰ ਕਿ ਜਿਹੜਾ ਤੁਸੀਂ ਇਹ ਪ੍ਰੋਜੈਕਟਸ ਬਣਾ ਰਹੇ ਹੋ, ਕੀ ਇਹ ਸਿਰਫ ਜਸਟ ਫॉर द ਸੇਕ ਆਫ ਇੱਕ ਕੰਟੈਸਟ ਹੁੰਦਾ ਜਾਂ ਵਾਕਿਆ 'ਚ ਇਹਨਾਂ ਚੀਜ਼ਾਂ ਦੇ ਉੱਤੇ ਨਾਸਾ ਵਰਕਆਊਟ ਵੀ ਕਰਦੀ ਹੈਗੀ? ਨਹੀਂ, ਜਿਹੜੀਆਂ ਚੀਜ਼ਾਂ ਸਾਨੂੰ ਦਿੰਦੇ ਆ ਇਹ ਐਕਚੁਅਲ ਐਗਜ਼ਿਸਟਿੰਗ ਪ੍ਰੋਜੈਕਟਸ ਆ ਜਿਹੜੇ ਉਹ ਐਕਸਟੈਂਡ ਕਰਦੇ ਆ ਸਕੂਲ ਦੇ ਵਿੱਚ, ਜਸਟ ਟੂ ਗੈਟ ਨਿਊ ਫਰੈਸ਼ ਆਈਡੀਆਜ਼ ਫਰਮ ਸਟੂਡੈਂਟਸ। ਓਕੇ। ਤੇ ਅਸੀਂ ਉਹਨਾਂ ਨੂੰ ਇਨਕੋਰਪੋਰੇਟ ਕਰਦੇ ਆ। ਜਦੋਂ ਅਸੀਂ ਨਾਸਾ ਪਿਛਲੇ ਸਾਲ ਗਏ ਸੀ ਜਾਂ ਪਹਿਲਾਂ ਗਏ ਸੀ, ਉੱਥੇ ਫਿਰ ਸਾਨੂੰ ਦਿਖਾਉਂਦੇ ਵੀ ਆ ਕਿ ਸਾਡੀ ਐਗਜ਼ਿਸਟਿੰਗ ਆਈਡੀਆ ਤੋਂ ਸਾਡੀ ਇਹ ਐਡਵਾਂਸਮੈਂਟ ਹੋਈ ਆ ਤੇ ਅਸੀਂ ਇੱਥੇ ਵਰਕ ਕਰਦੇ ਪਏ ਹਾਂ। ਅਗੇਨ ਇਮੈਜੀਨੇਸ਼ਨ ਹੈਗੀ ਕਿਉਂਕਿ ਫਿਊਚਰ ਦੇ ਵਿੱਚ ਇੱਦਾਂ ਦੀ ਸਿਟੀ ਬਣੂਗੀ, ਪਰ ਫਿਕਸ਼ਨ ਨਹੀਂ ਆ, ਫੈਕਚੁਅਲ ਇਮੈਜੀਨੇਸ਼ਨ ਆ। ਰਾਈਟ। ਤੇ ਇਹ ਹੋ ਸਕਦੀ ਹੈ, ਇਟਸ ਪੋਸੀਬਲ। ਇਹ ਬੜੀ ਸੋਹਣੀ ਤੁਸੀਂ ਜਿਹੜੀ ਗੱਲ ਦੱਸੀ ਕਿ ਇਹ ਸਿਰਫ ਇਹ ਨਹੀਂ ਕਿ ਕੰਟੈਸਟ ਹੈਗਾ, ਤੁਹਾਡੇ ਜਿਹੜੇ ਆਈਡੀਆਜ਼ ਨੇ ਜਿਹੜੇ ਕਿ ਉਹਨਾਂ ਵਿੱਚੋਂ ਕੁਝ ਨਾ ਕੁਝ ਇਨਕੋਰਪੋਰੇਟ ਕਰਕੇ ਨਾਸਾ ਉਹਨਾਂ ਤੇ ਵਰਕਆਊਟ ਕਰਦੀ ਹੈਗੀ। ਓਕੇ। ਅੱਛਾ, ਹੁਣ ਇਹ ਦੱਸੋ ਕਿ ਇਹ ਹੁਣ ਪ੍ਰੋਜੈਕਟ ਜਿਸ ਤਰ੍ਹਾਂ ਤੁਸੀਂ ਕੀਤਾ ਹੈਗਾ, ਪਿਛਲੇ ਸਾਲਾਂ ਦੇ ਵਿੱਚ ਵੀ ਜੋ ਕੁਝ ਕੀਤਾ ਗਿਆ, ਜਦੋਂ ਤੁਸੀਂ ਉੱਥੇ ਜਾਂਦੇ ਹੋ ਉੱਥੇ ਕੀ ਹੋਰ ਵੀ ਸਕੂਲਸ ਤੋਂ ਬੱਚੇ ਆਏ ਹੁੰਦੇ ਨੇ ਕਿ ਉੱਥੇ ਜਾ ਕੇ ਵੀ ਤੁਹਾਨੂੰ ਆਪਣਾ ਇਹ ਜਿਹੜਾ ਪ੍ਰੋਜੈਕਟ ਹੈਗਾ ਇਸ ਨੂੰ ਤੁਸੀਂ ਉੱਥੇ ਫੋਕਸ ਕਰਕੇ ਦੱਸ ਦਿਓ ਬਾਕੀਆਂ ਨੂੰ, ਫਿਰ ਇਹਦੇ 'ਚੋਂ ਸਿਲੈਕਸ਼ਨ ਹੁੰਦੀ ਹੈ ਕਿ ਕਿਹੜਾ ਜਿੱਤਣਾ, ਕੀ ਹੋਣਾ? ਜੀ, ਇੰਟਰਨੈਸ਼ਨਲ ਕੰਪੀਟੀਸ਼ਨ ਆ ਤੇ ਆ ਕੁਆਲੀਫਾਈਂਗ ਰਾਊਂਡ ਸੀ। ਰਾਈਟ। ਤੇ ਇਹਦੇ ਵਿੱਚ ਸਿਲੈਕਟ ਹੋ ਗਏ, ਫਿਰ ਅਸੀਂ ਨਾਸਾ ਜਾਂਦੇ ਆ, ਉੱਥੇ ਇੱਕ ਵੱਖਰਾ ਕੰਪੀਟੀਸ਼ਨ ਹੁੰਦਾ। ਅੱਛਾ। ਤੇ ਉਹਦੇ ਵਿੱਚ ਸਾਨੂੰ ਉਹ ਨਾਲ ਅਲੱਗ-ਅਲੱਗ ਦੇਸ਼ਾਂ ਦੀਆਂ ਟੀਮਾਂ ਦੇ ਵਿੱਚ ਪਾ ਦਿੰਦੇ। ਅੱਛਾ ਜੀ। ਤੇ ਸਾਨੂੰ ਸਿਰਫ 40 ਘੰਟੇ ਮਿਲਦੇ ਇੱਕ ਨਵਾਂ ਪ੍ਰੋਜੈਕਟ ਬਣਾਉਣ ਨੂੰ। ਓਕੇ। ਇਹਨੂੰ ਅਸੀਂ 3-4 ਮਹੀਨੇ ਲਗਾਏ, ਪਰ ਉੱਥੇ ਸਿਰਫ 40 ਘੰਟੇ ਮਿਲਦੇ। ਸੋ ਇਸੀ ਦੇ ਬੇਸ ਤੇ ਫਿਰ ਤੁਸੀਂ ਇਹਦੇ ਬੇਸ ਤੇ ਇਹ ਤੋਂ ਅਗਲਾ ਇੱਕ ਇਹਦੇ ਵਰਗੇ ਹੀ ਸਿਮਿਲਰ ਗਾਈਡਲਾਈਨਸ ਤੇ ਇੱਕ ਹੋਰ ਪ੍ਰੋਜੈਕਟ ਮਿਲਦਾ ਜਿਹੜਾ ਸਾਨੂੰ ਉੱਥੇ ਹੀ ਉਹਨਾਂ ਦੇ ਸਾਹਮਣੇ ਤਿਆਰ ਕਰਨਾ ਪੈਂਦਾ। ਸੋ ਉਹਦਾ ਬਾਰੇ ਜਿਸ ਤਰ੍ਹਾਂ ਕਿਰਨ ਨੇ ਦੱਸਿਆ, ਕੋਈ ਆਰਪੀਐਫ ਨਹੀਂ, ਕੋਈ ਇਨਫੋਰਮੇਸ਼ਨ ਨਹੀਂ, ਉਹ ਰਾਈਟ ਉੱਥੇ ਔਨ ਦ ਸਪੌਟ ਹੀ ਮਿਲੂਗੀ। ਪਰ ਉਹਦਾ ਇੱਕ ਵੱਖ ਇਹ ਆ ਕਿ ਜਦੋਂ ਅਸੀਂ ਉੱਥੇ ਜਾਈਦਾ ਸਾਨੂੰ ਉਹ ਘੱਟੋ ਘੱਟ 2 ਇੰਜੀਨੀਅਰ
ਜਾਂ ਨਾਸਾ ਦੇ ਜਾਂ ਬੋਇੰਗ ਦੇ ਦਿੰਦੇ ਆ ਜਿਹੜੇ ਐਕਚੁਅਲ ਇੰਜੀਨੀਅਰ ਜਾਂ ਰਿਸਰਚਰਸ ਆ ਤੇ ਉਹਨਾਂ ਨਾਲ ਅਸੀਂ ਕੰਮ ਕਰੀਦਾ ਤੇ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ। ਬਹੁਤ ਖੂਬ ਜੀ, ਵੈਰੀ ਇੰਟਰਸਟਿੰਗ ਐਂਡ ਬੈਸਟ ਵਿਸ਼ੇਸ ਕਿ ਤੁਸੀਂ ਹੁਣ ਜਾਣਾ ਹੈ ਨਾਸਾ ਦੇ ਵਿੱਚ ਜਾ ਕੇ ਇੱਕ ਨਵਾਂ ਪ੍ਰੋਜੈਕਟ ਇਸ ਦੇ ਬੇਸ ਦੇ ਉੱਤੇ ਤੁਸੀਂ ਜਿੱਤੇ ਹੋ, ਉੱਥੇ ਜਾ ਕੇ ਤੁਸੀਂ ਵੀ ਕਾਮਯਾਬ ਹੋਵੋ, ਸਾਡੀਆਂ ਸ਼ੁਭਕਾਮਨਾਵਾਂ। ਥੈਂਕ ਯੂ ਵੈਰੀ ਮਚ। ਲੈਣੇ ਇੱਕ ਛੋਟੀ ਜਿਹੀ ਬ੍ਰੇਕ, ਵਾਪਸ ਆਉਂਦੇ ਫਿਰ ਤੁਹਾਡੇ ਅਗਲੇ ਜਿਹੜੇ ਸਾਥੀ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ। Thank you. ਕਾਰ ਐਕਸੀਡੈਂਟ ਵਿੱਚ ਲੱਗੀਆਂ ਸੱਟਾਂ ਤਾਂ ਜ਼ਿੰਦਗੀ ਤਬਾਹ ਕਰ ਸਕਦੀਆਂ। ਫਿਰ ਵੀ ਪਤਾ ਨਹੀਂ ਕਿਉਂ ਤੁਸੀਂ ਸਮਝਦੇ ਆ ਕਿ ਬਗੈਰ ਕਿਸੇ ਵਕੀਲ ਤੋਂ ਘਰ ਦੇ ਖਰਚੇ ਵੀ ਸੰਭਾਲ ਲਓਗੇ, ਸੱਟਾਂ ਦਾ ਇਲਾਜ ਵੀ ਕਰਾ ਲਓਗੇ ਤੇ ICBC ਤੋਂ ਆਪਣੇ ਹੱਕ ਦੇ ਪੈਸੇ ਵੀ ਲੈ ਲਓਗੇ। ਮੇਰੀ ਗੱਲ ਸੁਣੋ, ਕਾਰ ਐਕਸੀਡੈਂਟ ਤੋਂ ਬਾਅਦ ਕਈ ਸਵਾਲ ਉੱਠਦੇ ਆ, ਉਹਨਾਂ ਸਵਾਲਾਂ ਦਾ ਜਵਾਬ ਕੌਣ ਦੇਊਗਾ? ਧਾਮੀ ਨਾਰੰਗ ਐਂਡ ਕੰਪਨੀ। ਅੱਜ ਹੀ ਫੋਨ ਕਰੋ 604-864-6131। ਸੋ ਬ੍ਰੇਕ ਤੋਂ ਪਹਿਲਾਂ ਅਸੀਂ ਸੁਣਿਆ ਕਿਰਨ ਅਤੇ ਉਹਨਾਂ ਦੇ ਟੀਚਰ ਭੁਪਿੰਦਰ ਰਾਠੌਰ ਕੋਲੋਂ ਕਿ ਕਿਸ ਤਰੀਕੇ ਨਾਲ ਜਨਵਰੀ ਦੇ ਵਿੱਚ ਜਦੋਂ ਇਹਨਾਂ ਕੋਲ ਇਹ ਪ੍ਰਪੋਜ਼ਲ ਆਇਆ ਨਾਸਾ ਵੱਲੋਂ, ਇਹ ਵਿਦਿਆਰਥੀਆਂ ਨੇ ਮਿਹਨਤ ਕਰਕੇ ਜੋ ਹੈ ਇਹ ਪ੍ਰੋਜੈਕਟ ਅੱਗੇ ਭੇਜਿਆ ਤੇ ਉਸ ਤੋਂ ਬਾਅਦ ਇਹ ਫਸਟ ਰਾਊਂਡ ਵਿੱਚ ਕਾਮਯਾਬੀ ਉਹਨਾਂ ਨੂੰ ਮਿਲੀ ਹੈ ਤੇ ਹੁਣ ਫਾਈਨਲੀ ਇਹ ਨਾਸਾ ਦੇ ਵਿੱਚ ਜਾ ਰਹੇ ਨੇ, ਸਪੇਸ ਸੈਂਟਰ ਵਿੱਚ ਜਾ ਕੇ ਉੱਥੇ ਦੁਬਾਰਾ ਕੰਪੀਟੀਸ਼ਨ ਵਿੱਚ ਹਿੱਸਾ ਲੈਣਗੇ। ਔਰ ਇਸ ਸੰਬੰਧ ਵਿੱਚ ਹੋਰ ਜਾਣਕਾਰੀ ਲੈਣੇ ਇੱਕ ਹੋਰ ਇਹਨਾਂ ਦੇ ਵਿਦਿਆਰਥੀ ਅਖਿਲ ਹਸਨ ਤੋਂ। Welcome to the program. Thank you. Thank you. So Hasan, tell us a little bit, how did you get involved in this and what prompted you to jump into this contest? It was actually by accident. There was an assembly and I heard about the project. Then I walked by a classroom and there's a poster. So me and my friends, we went and walked in and we heard the introduction and we were interested. So we attended the first couple of meetings. There's a preliminaries where you had to create your own practice proposal like this, where you had to capture a boy in space for 3 days and then deploy him onto the moon. Right. We did our rough own project in about a week and then we submitted it. And I was good enough to join the team and then I started. So there are 11 students in all who are involved in this project. So what is the name of this project and what was your role in this project? The name of this project is Columbiad. It starts with a C, so that shows it's the 3rd settlement in space. Okay. And since it ends with AT, it's a lunar orbiting space settlement. Okay. I worked on structure, so I helped with the design of the settlement. So basically what you have to do is you have to worry about 3 major things. Right. There's the business, which is usually in a sphere or a cylinder. Then you have to worry about how you're going to grow food, and that's usually in a disc. And then you have a torus, or kind of like a donut, and which spins, and that's where all the people will live. Okay. So you have to calculate all the numbers to make sure it's big enough that they can live comfortably and that it's just safe. Right. And that it's not too expensive when you're building it with the costs. The other major thing we have to worry about is how to build a space elevator. Right. So this settlement was the first settlement that was attached to the moon through a space elevator. Okay. So that was one of the biggest challenges, but that was how we designed our settlement. So lots of meetings, lots of discussions, and then finally you brainstorm and then you come up with some of the ideas and then you start working on that. Yes. Now, your teacher was telling it's not just fiction, it's factual imagination basically, and for whatever you're doing, NASA scientists look into this from the previous projects also, and this can be incorporated into what they are doing. Yes. So how do you feel about it, and when are you going to Kennedy Space Center? It's really exciting because you don't know if your settlement could actually be the one that they'll build in 50 years from now. And it's every little kid's dream to you want to go to space, but I don't think I could be an astronaut, but this is my first chance and last chance to build something that could actually be there, up there. Right. We could maybe go there and it's something just out of the world. We're going to go on the 21st of July to Kennedy Space Center and we'll be there for a week. The competition runs for just 42 hours. That's all we have to do the same thing. It took us 3 months to build, so it's really a lot of pressure, but it's also really exciting. Right. So when you say when you go over there, it's going to be in 42 hours. You have to come up with a new idea, which is going to be given to you. So, but it's going to be based on what you have created. No, it's completely new. They give you a new RFP. Okay. So there's new specifications. You have to work together with 3 other teams in your company. Right. And you have to compete against 3 other companies to create the best proposal. It's just like in a real life simulation where companies work that hard and you only get 42 hours to create a presentation. So it's not in a booklet, it's a PowerPoint.
Okay. And you give a presentation in front of actual NASA and Boeing engineers, and right. they will judge you. Okay. And while you worked on this particular project, now what I'm finding out, you have a booklet with you in which everything is specified. So it's a computer manipulation and computer simulation which you have done. But do you also make a project, a model also of this? No, we usually will do like hand drawings in the beginning phases, but no, we don't generally make the actual model. Okay. The model is really hard to make. That's why we use the computer simulation, because right. it's really detailed work. Right. Like, and similarly there also at NASA also it's going to be the same thing. Yes. Because if you were to make the model, it might take probably a couple months just to make that. To make it in a few hours, it really takes a lot of practice and skill. Right. So we have designers who works only on this, and we right. give them a lot of trouble by making them make changes all the time. Taking you back to those 3 months when all of you worked hard, and there must be lots of challenges, different ideas coming from different quarters. So how was, of course you had to come to a unanimous decision to follow something. So could you take us back and tell us something, some moment which you really remember, and you are proud of it, that irrespective of different thoughts coming, but you were able to come to a definite conclusion? Well, the thing was, this settlement was, I think, the first time in our club that we used something called a sphere, not a cylinder. Okay. Because it was challenging to fit all the space, and we needed lots of volume. So we were trying to think outside the box. Right. So we came up with a new idea, and we weren't sure if it was going to work. It was back and forth, and we finally decided, as part of structure, to just go with this. Right. And everyone agreed, and it worked out. Wonderful. And finally, could you tell us that, because this 11 students involved in this, it must be, it's expensive. So who's sponsoring you? How are you raising the funds? And as you are going to Kennedy Space Center also. So where are this all funds coming from? Is the school or the government providing you some support? The school's providing some support, but mainly it's us 11 students. We're going out, reaching into the community, and we're just trying to get donations. Like, we could really use some help, because this is a lot of money. So. Right. All the small businesses around our neighborhood, they're helping us out. But if we can reach out to the bigger businesses or anyone else who's willing to help sponsor us, right. that'd be really great. Wonderful. Congratulations and best wishes. Thank you for your time. Yeah, thank you very much. Thank you. So ਅੱਜ ਜੋ ਅਸੀਂ ਗੱਲਬਾਤ ਕੀਤੀ ਆਏ ਹੋਏ ਸਾਡੇ ਮਹਿਮਾਨਾਂ ਨੇ ਦੱਸਿਆ ਹੈ ਕਿ ਇਹ ਵਿਦਿਆਰਥੀਆਂ ਵੱਲੋਂ 11 ਵਿਦਿਆਰਥੀ ਨੇ ਜਿਹਨਾਂ ਕਿ ਕੈਨੇਡੀ ਸਪੇਸ ਸੈਂਟਰ ਵਿੱਚ 21 ਜੁਲਾਈ ਨੂੰ ਜਾਣਾ ਹੈ। ਇਸ ਵਾਸਤੇ ਕਿਉਂਕਿ ਇਹ ਫੰਡਸ ਦੇ ਰਾਹੀਂ ਇਕੱਠੇ ਕਰਕੇ ਅੱਗੇ ਜਾ ਰਹੇ ਨੇ, ਇਸ ਦੇ ਵਿੱਚ ਇਹਨਾਂ ਨੂੰ ਥੋੜਾ ਬਹੁਤਾ ਸਹਿਯੋਗ ਮਿਲਿਆ ਕਮਿਊਨਿਟੀ ਵੱਲੋਂ, ਪਰ ਇਹ ਚਾਹੁੰਦੇ ਨੇ ਕਿ ਹੋਰ ਸਹਿਯੋਗ ਮਿਲੇ ਤਾਂ ਕਿ ਇਹ ਉੱਥੇ ਜਾ ਕੇ ਕਾਮਯਾਬ ਹੋਣ ਤੇ ਕਮਿਊਨਿਟੀ ਦਾ ਨਾਮ ਤੇ ਸਾਡੇ ਸਿਟੀ ਦਾ ਤੇ ਨਾਲ ਦੇਸ਼ ਦਾ ਨਾਮ ਜੋ ਹੈ ਰੌਸ਼ਨ ਕਰ ਸਕਣ, ਕਿਉਂਕਿ ਇੱਕ ਇੰਟਰਨੈਸ਼ਨਲ ਕੰਪੀਟੀਸ਼ਨ ਹੈ। 11-12 ਹਜ਼ਾਰ ਡਾਲਰ ਇਹਨਾਂ ਦੇ ਲੱਗਣੇ ਨੇ, ਤਕਰੀਬਨ 3-4 ਹਜ਼ਾਰ ਡਾਲਰ ਇਹਨਾਂ ਨੇ ਰੇਜ਼ ਕੀਤੇ ਨੇ। ਸੋ ਇਸ ਕਰਕੇ ਇਹ ਕਮਿਊਨਿਟੀ ਨੂੰ ਬੇਨਤੀ ਕਰਦੇ ਨੇ ਕਿ ਜੇਕਰ ਇਹਨਾਂ ਨੂੰ ਸਹਿਯੋਗ ਦਿੱਤਾ ਜਾਏ ਤਾਂ ਇਹ ਉੱਥੇ ਜਾ ਕੇ ਆਪਣਾ ਮੁਕਾਮ ਜੋ ਹੈ ਉਸ ਤੇ ਹਾਸਲ ਕਰ ਸਕਦੇ ਨੇ।